अस्सलाम वालेकुम, सत श्री अकाल और आदाब। ईरान ਦੇ ਉੱਤੇ ਜਿਹੜਾ ਇਸਰਾਈਲ ਦਾ ਹਮਲਾ ਹੈ ਉਹਨੂੰ 4-5 ਦਿਨ ਹੋ ਗਏ ਨੇ ਔਰ ਹੁਣ ਤੱਕ ਜਿਹੜਾ ਕਸ਼ੀਦਗੀ ਤੇ ਉਹ ਇੰਤਜ਼ਾਰ ਹੈ ਨਾ ਇੱਕ ਕਿ ਜਵਾਬ ਕੀ ਹੁੰਦਾ ਉਹ ਬਰਕਰਾਰ। ਇਸਰਾਈਲ ਤੇ ਅਮਰੀਕਾ ਦੋਵਾਂ ਨੇ ਕੁਝ ਬੰਦੋਬਸਤ ਕਰਨ ਦੀ ਕੋਸ਼ਿਸ਼ ਕੀਤੀ, ਬਲਕਿ ਕੀਤਾ ਕੋਸ਼ਿਸ਼ ਕੀ ਹੋਈ। ਅਮਰੀਕਾ ਦੇ ਜਿਹੜੇ ਆਰਮੀ ਚੀਫ ਨੇ ਸੈਂਟਰਲ ਕਮਾਂਡ ਦੇ ਉਹ ਇਸਰਾਈਲ ਗਏ ਨੇ ਤੇ ਉਹਨਾਂ ਨੇ ਜਾ ਕੇ ਜਨਰਲ ਮਾਈਕਲ ਨੇ ਮੁਲਾਕਾਤ ਕੀਤੀ ਹੈ ਇਸਰਾਈਲੀ ਫੌਜ ਦੇ ਚੀਫ ਦੇ ਨਾਲ ਔਰ ਬਾਕੀ ਜਿਹੜੇ ਉਹਨਾਂ ਦੇ ਸਿਕਿਉਰਿਟੀ ਹੁਕਾਮ ਨੇ। ਔਰ ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਇਹਨਾਂ ਇਮਕਾਨਾਤ ਦੇ ਉੱਤੇ ਵੀ ਗੌਰ ਕੀਤਾ ਹੈ ਕਿ ਦੋਵੇਂ ਮੁਲਕਾਂ ਦੇ ਦਰਮਿਆਨ ਅਗਰ ਜੰਗ ਹੁੰਦੀ ਹੈ ਜਾਂ ਈਰਾਨ ਜਿਹੜਾ ਉਹ ਅਟੈਕ ਕਰਦਾ ਹੈ ਤੇ ਫਿਰ ਇਸਰਾਈਲ ਕੀ ਕਰੇਗਾ, ਉਹਦਾ ਰਿਐਕਸ਼ਨ ਕਿਸ ਸਤ੍ਹਾ ਦਾ ਹੋਵੇਗਾ, ਉਹਦੇ ਵਿੱਚ ਅਮਰੀਕਾ ਦਾ ਰੋਲ ਕੀ ਹੋਵੇਗਾ, ਕਿਹੜੇ ਹਥਿਆਰ ਇਸਤੇਮਾਲ ਕੀਤੇ ਜਾ ਸਕਦੇ ਨੇ ਇਬਤਦਾਈ ਤੌਰ 'ਤੇ ਜੇ ਜੰਗ ਫੈਲਦੀ ਹੈ ਔਰ ਉਹਦੇ ਵਿੱਚ ਇਸਰਾਈਲ ਦੀ ਜਿਹੜੀ ਪ੍ਰੋਕਸੀਜ਼ ਕਹੀਆਂ ਜਾਂਦੀਆਂ ਨੇ ਤਨਜ਼ੀਮਾਂ ਲਿਬਨਾਨ ਦੇ ਵਿੱਚ, ਸ਼ਾਮ ਦੇ ਵਿੱਚ, ਇਰਾਕ ਦੇ ਵਿੱਚ, ਉਹ ਅਗਰ ਕੋਈ ਰੋਲ ਪਲੇ ਕਰਦੀਆਂ ਨੇ ਜਾਂ ਸਾਹਮਣੇ ਆਉਂਦੀਆਂ ਨੇ ਤੇ ਫਿਰ ਇਸ ਜੰਗ ਨੂੰ ਕਿੰਨਾ ਕੁ ਖਿਲਾਰਿਆ ਜਾ ਸਕਦਾ। ਇਹ ਸਾਰੇ ਇਮਕਾਨਾਤ ਦੇ ਉੱਤੇ ਉੱਥੇ ਗੌਰ ਹੋਇਆ ਤੇ ਹਾਲੇ ਤੱਕ ਈਰਾਨ ਨੇ ਚੂँਕਿ ਬਾਕਾਇਦਾ ਤੌਰ 'ਤੇ ਅਨਾਊਂਸ ਨਹੀਂ ਕੀਤਾ ਕਿ ਉਹਦਾ ਜਵਾਬ ਜਿਹੜਾ ਹੈ ਉਹ ਛਾਪਾਮਾਰ ਜੰਗ ਦੀ ਸ਼ਕਲ ਦੇ ਵਿੱਚ ਹੋਏਗਾ ਜਾਂ ਉਹ ਫੁੱਲ ਸਕੇਲ ਇੱਕ ਵਾਰ ਜਿਹੜੀ ਹੈ ਉਹ ਕਰੇਗਾ। ਈਰਾਨ ਦੇ 2-3 ਚੀਜ਼ਾਂ ਨੇ ਉਹਦੇ ਜ਼ਿਹਨ ਦੇ ਵਿੱਚ, ਕਹਿ ਲਓ ਕਿ ਗੁਰੇਜ਼ ਜਾਂ ਹਿਚਕਿਚਾਹਟ ਦੀ ਵੀ ਵਜ੍ਹਾ ਹੈਗੀ। ਈਰਾਨ ਦਾ ਇਹ ਖਿਆਲ ਹੈ ਕਿ ਅਗਰ ਇਸਰਾਈਲ ਨੂੰ ਜਵਾਬ ਨਾ ਦਿੱਤਾ ਤੇ ਇਸਰਾਈਲ ਦੀ ਇਹ ਪਾਲਿਸੀ ਬਣਨ ਡਈ ਹੈ, ਯਾਨੀ ਉਹਦੇ ਪਿਛਲੇ ਇਕਦਾਮਾਤ ਨੂੰ ਵੇਖਦੇ ਹੋਏ ਕਿ ਈਰਾਨ ਦੇ ਉੱਤੇ ਮੁਸਲਸਲ ਕਾਰਵਾਈਆਂ ਕੀਤੀਆਂ ਜਾਣ, ਉਹਨੂੰ ਗੁੱਸਾ ਦਵਾਇਆ ਜਾਵੇ, ਇਸ਼ਤਿਆਲ ਦਵਾਇਆ ਜਾਵੇ ਔਰ ਉਹਨੂੰ ਮਜਬੂਰ ਕੀਤਾ ਜਾਵੇ ਕਿ ਉਹ ਇਸਰਾਈਲ ਨੂੰ ਜਵਾਬ ਦੇਵੇ। ਈਰਾਨ ਦਾ ਖਿਆਲ ਹੈ ਕਿ ਜਿਸ ਤਰ੍ਹਾਂ ਪਹਿਲੇ ਉਹਨੇ 2-3 ਵਾਕਿਆਤ ਹੋਏ ਔਰ ਇਸਰਾਈਲ ਨੂੰ ਉਸ ਤਰ੍ਹਾਂ ਭਰਪੂਰ ਜਵਾਬ ਨਹੀਂ ਦਿੱਤਾ ਤੇ ਜੇ ਹੁਣ ਵੀ ਚੁੱਪ ਕਰਕੇ ਬੈਠਾ ਰਿਹਾ ਤੇ ਫਿਰ ਇਹ ਹੋਏਗਾ ਕਿ ਇਸਰਾਈਲ ਖੁੱਲ੍ਹ ਕੇ ਉਹਦੇ ਜਿਹੜੇ ਸਿਕਿਉਰਿਟੀ ਤੇ ਜਿਹੜੇ ਸਿਆਸੀ ਮੁਫਾਦਾਤ ਨੇ ਉਹਦੇ ਉੱਤੇ ਹਮਲੇ ਸ਼ੁਰੂ ਕਰ ਦੇਗਾ ਇਹ ਜੰਗ ਦੀ ਸ਼ਕਲ ਦੇ ਵਿੱਚ ਤੇ ਫਿਰ ਈਰਾਨ ਨੂੰ ਮਜਬੂਰਨ ਜਵਾਬ ਦੇਣਾ ਪਏਗਾ। ਤੇ ਉਹ ਸੋਚਣ ਨੇ ਜੇ ਕਿ ਬਾਅਦ ਦੇ ਵਿੱਚ ਜਵਾਬ ਦੇਣਾ ਹੈ ਤੇ ਫਿਰ ਹੁਣ ਹੀ ਉਹਦੀ ਕੋਈ ਸ਼ਕਲ ਹੋਵੇ ਤਾਂ ਕਿ ਇਸਰਾਈਲ ਨੂੰ ਰੋਕਿਆ ਜਾ ਸਕੇ। ਇਹ ਉਹਦੀ ਗੁਰੇਜ਼ ਦੀ ਵਜ੍ਹਾ। ਈਰਾਨ ਜਿਹੜਾ ਉਹ ਇੱਕ ਕੈਲਕੂਲੇਸ਼ਨ ਵੀ ਕਰ ਰਿਹਾ ਹੈ। ਕੈਲਕੂਲੇਸ਼ਨ ਜ਼ਾਹਿਰ ਹੈ ਜੰਗ 'ਚ ਜਦੋਂ ਇੱਕ ਮੁਲਕ ਜਾਂਦਾ ਹੈ ਤੇ ਉਹਨੂੰ ਇਹ ਵੇਖਣਾ ਪੈਂਦਾ ਵੇ ਕਿ ਅਸਲਾ ਕਿੱਥੋਂ ਮਿਲੇਗਾ, ਕਿਵੇਂ ਮਿਲੇਗਾ, ਉਹ ਉਹਦੀ ਸਪਲਾਈ ਦੇ ਰੂਟਸ ਕਿਵੇਂ ਹੋਣਗੇ, ਉਹਨੂੰ ਮੁਜ਼ਾਹਮਤ ਕਿੱਧਰੋਂ ਹੋ ਸਕਦੀ, ਦਾਖਲੀ ਤੌਰ ਦੇ ਉੱਤੇ ਕਿਹੜੇ ਖਤਰਾਤ ਹੋ ਸਕਦੇ ਨੇ ਔਰ ਉਹਦੇ ਬਾਰਡਰਸ ਦੇ ਉੱਤੇ ਜਿਹੜੇ ਹਮਸਾਇਆ ਨੇ ਉਹ ਕੀ ਕਰ ਸਕਦੇ ਨੇ ਔਰ ਉਹ ਦੁਸ਼ਮਣ ਦੇ ਨਾਲ ਕਿੰਨੀ ਉਹਦੀ ਮਦਦ ਕਰ ਸਕਦੇ ਨੇ ਜਾਂ ਇਹਨਾਂ ਵਾਸਤੇ ਕਿੰਨੇ ਫਾਇਦੇਮੰਦ ਹੋ ਸਕਦੇ ਨੇ। ਤੇ ਇਹ ਸਾਰੀ ਕੈਲਕੂਲੇਸ਼ਨ ਜਿਹੜੀ ਉਹ ਵੇਖਣੀ ਪੈਂਦੀ ਤੇ ਈਰਾਨ ਜਿਹੜਾ ਹੈ ਉਹ ਸਰੇਦਸਤ ਉਲਝਣਾ ਨਹੀਂ ਚਾਹੁੰਦਾ, ਉਹ ਇੱਕ ਪੋਜੀਸ਼ਨ ਰੱਖਣਾ ਚਾਹੁੰਦਾ ਹੈ ਆਪਣੀ ਔਰ ਜਿਹੜੀਆਂ ਜੰਗਾਂ ਔਰ ਤਨਾਜ਼ਾਤ ਨੇ ਉਹ ਆਪਣੇ ਬਾਰਡਰ ਤੋਂ ਦੂਰ ਰੱਖ ਕੇ ਉਹਨਾਂ ਦੇ ਉੱਤੇ ਕੰਮ ਕਰ ਰਿਹਾ ਸੀ। ਬਸ ਜੋ ਇਰਦ ਗਿਰਦ ਖਿੱਤੇ ਦੇ ਮੁਲਕਾਂ ਦੇ ਵਿੱਚ ਹਿਜ਼ਬੁੱਲਾ ਦੀ ਤਨਜ਼ੀਮ ਹੈਗੀ ਹੈ ਔਰ ਪਾਸਦਾਰਾਨਾ ਇਨਕਲਾਬ ਦਾ ਜਿਹੜਾ ਕਿਰਦਾਰ ਸ਼ਾਮ ਦੇ ਅੰਦਰ ਹੈ ਉਹਨੂੰ ਵੇਖਦੇ ਹੋਏ ਤੁਸੀਂ ਅਸੈਸ ਕਰ ਸਕਦੇ। ਤੇ ਅਮਰੀਕੀਆਂ ਨੇ ਉਹਦੇ ਵਿੱਚ ਆਪਣੇ ਇਤਿਹਾਦੀਆਂ ਨੂੰ ਵੀ ਹੁਣ ਮੁਸ਼ਾਵਰਤ ਉਹਨਾਂ ਨਾਲ ਕੀਤੀ ਤੇ ਅਮਰੀਕੀਆਂ ਨੇ G7 ਜਿਹੜੇ ਵੱਡੇ ਮੁਲਕ ਹੈਗੇ ਨੇ ਜਿਹਦੇ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਬਰਤਾਨੀਆ ਸ਼ਾਮਿਲ। ਅਮਰੀਕਾ ਨੇ ਉਹਨਾਂ ਨੂੰ ਕਿਹਾ ਜੀ ਕਿ ਤੁਸੀਂ ਸਫਾਰਤੀ ਦਬਾਅ ਪਾਓ ਕਿ ਇਹ ਜਿਹੜੀ ਜੰਗ ਫੈਲਣ ਦਾ ਖਦਸ਼ਾ ਹੈ ਇਹ ਨਾ ਫੈਲੇ, ਰੁਕੇ ਜਾਂ ਕੰਟਰੋਲ ਹੋਵੇ। ਅੱਛਾ, ਉਹਨਾਂ ਨੇ ਅਮਰੀਕਾ ਦੀ ਖਾਹਿਸ਼ ਦੇ ਉੱਤੇ ਇੱਕ ਮੁਸ਼ਤਰਕਾ ਸਟੇਟਮੈਂਟ ਜਾਰੀ ਕੀਤੀ ਇਹਨਾਂ ਮੁਲਕਾਂ ਨੇ ਔਰ ਉਹਨਾਂ ਨੇ ਕਿਹਾ ਕਿ ਜੰਗ ਜਿਹੜੀ ਇਹ ਔਰ ਜਿਹੜਾ ਇਸ ਇਲਾਕੇ ਦੇ ਵਿੱਚ ਤਨਾਜ਼ਾ ਹੈ, ਮੁਸੱਲਾ ਤਨਾਜ਼ਾ, ਉਹ ਕਿਸੇ ਫਰੀਕ ਦੇ ਹੱਕ ਦੇ ਵਿੱਚ ਨਹੀਂ ਹੈਗਾ ਤੇ ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ। ਅੱਛਾ, ਮੈਂ ਇਹਦੇ ਵਿੱਚ ਕੋਈ ਲਫ਼ਜ਼ ਐਸਾ ਲੱਭਣ ਡਿਆ ਸਾਂ ਕਿ ਮੈਨੂੰ ਲੱਗੇ ਕਿ ਜਿਹਨੂੰ ਅਸੀਂ ਇਹ ਸਮਝੀਏ ਕਿ ਆਲਮੀ ਬਰਾਦਰੀ ਦੇ ਵੱਡੇ ਮੁਲਕ ਜਿਹੜੇ ਨੇ ਕੋਈ ਇਨਸਾਫ ਦੀ ਸਟੇਟਮੈਂਟ ਲੈ ਰਹੇ ਨੇ ਤੇ ਉਹ ਮੈਨੂੰ ਕਿਤੇ ਨਹੀਂ ਆਇਆ ਨਜ਼ਰ। ਦੂਸਰਾ ਇਹ ਸਮਝ ਨਹੀਂ ਆਈ ਕਿ ਉਹ ਕਿਹਨੂੰ ਕਹਿ ਰਹੇ ਨੇ ਜੰਗ ਨਾ ਕਰਨ ਦਾ, ਮਤਲਬ ਇਸਰਾਈਲ ਜੰਗ ਕਰਨਾ ਚਾਹੁੰਦਾ ਹੈ, ਬਾਕੀ ਤਾਂ ਉਹਦੀ ਜਾਰਹੀਅਤ ਦਾ ਨਿਸ਼ਾਨਾ ਬਣਨ ਡਏ ਨੇ ਤੇ ਉਹ
ਕਿ ਬਾਕੀ ਮਜ਼ਲੂਮਾਂ ਨੂੰ ਕਹਿਣ ਡਿਆ ਜਿਹਦੇ ਉੱਤੇ ਇਸਰਾਈਲ ਦਾ ਹਮਲਾ ਹੋਇਆ ਵੇ ਜਾਂ ਕਾਰਵਾਈਆਂ ਇਸਰਾਈਲ ਮੁਸਲਸਲ ਕਰਨ ਡਿਆ, ਉਹਨਾਂ ਨੂੰ ਇਹ G7 ਕਹਿ ਰਹੇ ਨੇ ਮੁਮਾਲਿਕ ਕਿ ਤੁਸੀਂ ਜਵਾਬ ਨਾ ਦਿਓ ਇਸਰਾਈਲ ਦਾ, ਅਤੇ ਹੱਥ ਬੰਨ੍ਹ ਕੇ ਤੁਸੀਂ ਖੜ੍ਹੇ ਰਹੋ ਅਤੇ ਉਹ ਤੁਹਾਨੂੰ ਚਪੇੜਾ ਮਾਰਦਾ ਰਹੇ। ਜਾਂ ਤਾਂ ਇਹੋ ਹੀ ਗੱਲ ਹੈਗੀ, ਜਾਂ ਫਿਰ ਉਹ ਅਮਰੀਕੀ ਦਬਾਅ ਦੇ ਵਿੱਚ ਉਹ ਆਪ ਵੀ ਕੋਈ ਖੁੱਲ੍ਹ ਕੇ ਨਹੀਂ ਐਸੀ ਲਾਈਨ ਲੈਣਾ ਚਾਹੁੰਦੇ। ਅਤੇ ਜਿਹੜੀ ਇਹ ਹਿਚਕਚਾਹਟ ਹੈਗੀ ਨਾ, ਬੁਨਿਆਦੀ ਤੌਰ 'ਤੇ ਇਹੋ ਹੀ ਮਸ਼ਰਕੀ ਵਸਤਾ ਦੇ ਵਿੱਚ ਤਨਾਜ਼ੇ ਔਰ ਕਸ਼ੀਦਗੀ ਦੇ ਇਜ਼ਾਫੇ ਦਾ ਬਾਇਸ ਹੈ ਕਿ ਵੱਡੇ ਮੁਲਕ ਜਿਹੜੇ ਗਰੀਬ ਮੁਲਕਾਂ ਦੀ ਜਾਂ ਕਮਜ਼ੋਰ ਮੁਲਕਾਂ ਦੀ ਤਾਂ ਗੱਲ ਹੀ ਹੋਰ, ਲੇਕਿਨ ਜਿਹੜੇ ਵੱਡੇ ਮੁਲਕ ਨੇ ਜਿਨ੍ਹਾਂ ਦੀ ਮਈਸ਼ਤ ਵੱਡੀ, ਜਿਨ੍ਹਾਂ ਦੀ ਫੌਜੀ ਇਸਤਦਾਦ ਵੱਡੀ ਹੈ ਔਰ ਜਿਨ੍ਹਾਂ ਦੇ ਆਲਮੀ ਸਤ੍ਹਾ ਦੇ ਉੱਤੇ ਸਫਾਰਤੀ ਇਨਫਲੂਐਂਸ ਜ਼ਿਆਦਾ ਹੈ, ਉਹ ਮੁਲਕ ਵੀ ਗੁਰੇਜ਼ ਨੇ ਇੱਕ ਵਾਜ਼ੇ ਕਲੀਅਰ ਪੋਜੀਸ਼ਨ ਲੈਣ 'ਤੇ ਉਹ ਪੋਜੀਸ਼ਨ ਨਹੀਂ ਲੈ ਰਹੇ, ਔਰ ਜਿੰਦਾ ਵਜ੍ਹਾ ਨਾਲ ਇਸਰਾਈਲ ਦੇ ਹੌਸਲੇ ਵਧਣ ਡਏ ਨੇ। ਔਰ ਅਮਰੀਕਾ ਨੇ ਵੇਖੋ ਨਾ ਤੁਸੀਂ, ਉਹਨਾਂ ਨੇ ਬੇੜਾ ਵੀ ਘੱਲ ਦਿੱਤਾ ਉੱਥੇ, ਜੰਗੀ ਬੇੜਾ, ਫਿਰ ਆਰਮੀ ਚੀਫ ਉਹਨਾਂ ਦੇ ਚਲੇ ਗਏ, ਔਰ ਉਹ ਹੁਣ ਇਹ ਪਲਾਨ ਕਰਦੇ ਪਏ ਨੇ ਕਿ ਜੇ ਈਰਾਨ ਹਮਲਾ ਕਰੇਗਾ ਤਾਂ ਫਿਰ ਅਮਰੀਕਾ ਇਸਰਾਈਲ ਵੱਲੋਂ ਕਿਵੇਂ ਇਸ ਜੰਗ ਦੇ ਵਿੱਚ ਕਿਰਦਾਰ ਅਦਾ ਕਰੇਗਾ। ਉਹ ਕਿਰਦਾਰ ਖਾਮੋਸ਼ ਤਾਂ ਨਹੀਂ ਹੋਏਗਾ ਨਾ, ਲੜਨ ਵਾਲਾ ਕਿਰਦਾਰ ਹੋਏਗਾ। ਉਹਦੇ ਜਿਹੜੀ ਇਹ ਡਿਫੈਂਸ ਮਸ਼ੀਨਰੀ ਉਹ ਉਹਦੇ ਵਿੱਚ ਇਸਤੇਮਾਲ ਹੋਵੇਗੀ, ਉਹਦੀ ਟੈਕਨੋਲੋਜੀ ਇਸਤੇਮਾਲ ਹੋਵੇਗੀ, ਉਹਦੇ ਰਿਸੋਰਸਿਸ ਇਸਤੇਮਾਲ ਹੋਣਗੇ, ਅਤੇ ਇਹ ਸਾਰੀ ਸੂਰਤ ਹਾਲ ਇਸ ਤਰ੍ਹਾਂ ਦੀ ਅੱਗੇ ਵਧੇਗੀ। ਅਤੇ ਇੱਕ ਇਹਦੇ ਵਿੱਚ ਇਹ ਵੀ ਗੱਲ ਆਈ ਕਿ ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਨੇ ਆਪਣੇ ਸ਼ਹਿਰੀਆਂ ਨੂੰ ਕਿਹਾ ਹੈ ਕਿ ਤੁਸੀਂ ਇਸ ਰੀਜਨ ਦੇ ਵਿੱਚ ਸਫ਼ਰ ਤੋਂ ਗੁਰੇਜ਼ ਕਰੋ। ਉਹਦੇ 'ਚ ਤਾਜ਼ਾ ਤਰੀਨ ਜਿਹੜਾ ਸਾਊਦੀ ਅਰਬ ਵੀ ਸ਼ਾਮਿਲ ਹੈ, ਬਾਕੀ ਫਰਾਂਸ ਵਗੈਰਾ ਸ਼ਾਮਿਲ ਨੇ। ਉਹਨਾਂ ਨੇ ਆਪਣੇ ਸ਼ਹਿਰੀਆਂ ਨੂੰ ਕਿਹਾ ਕਿ ਤੁਸੀਂ ਇਸ ਰੀਜਨ ਦੇ ਵਿੱਚ, ਇਸ ਰੀਜਨ ਤੋਂ ਬਾਅਦ ਗਲਫ ਅਤੇ ਮਿਡਲ ਈਸਟ ਦਾ ਜਿਹੜਾ ਰੀਜਨ ਹੈ, ਇੱਥੇ ਸਫ਼ਰ ਤੋਂ ਪਰਹੇਜ਼ ਕਰੋ, ਤਾਂ ਕਿ ਕਿਸੇ ਵੀ ਵਕਤ ਅਗਰ ਜੰਗ ਜਾਂ ਕੋਈ ਲੜਾਈ ਛਿੜ ਜਾਂਦੀ ਅਤੇ ਉਹ ਸ਼ਹਿਰੀ ਜਿਹੜੇ ਉਹਨਾਂ ਦੇ ਨੇ ਉਹ ਉਹਦੇ ਵਿੱਚ ਨਿਸ਼ਾਨਾ ਨਾ ਬਣਨ। ਇੱਕ ਦੋ ਹੋਰ ਪੁਆਇੰਟ ਨੇ ਕਿ ਈਰਾਨ ਦਾ ਜਿਹੜਾ ਟਾਰਗੇਟ ਹੈਗਾ ਉਹ ਕੀ ਹੋ ਸਕਦਾ ਹੈ। ਇਹਦੇ ਤੋਂ ਮੁਖਤਲਿਫ ਤਜਜ਼ੀਆਕਾਰ ਜਿਹੜੇ ਨੇ ਉਹ ਮੁਖਤਲਿਫ ਤਰ੍ਹਾਂ ਗੱਲ ਕਰਨ ਰਹੇ ਨੇ। ਕੁਝ ਦਾ ਖਿਆਲ ਹੈ ਕਿ ਲਬਨਾਨ ਦੇ ਮਹਾਜ਼ ਤੋਂ ਈਰਾਨੀ ਜਿਹੜੀ ਪ੍ਰੋਕਸੀਜ਼ ਨੇ ਜਾਂ ਹਿਜ਼ਬੁੱਲਾ ਤਨਜ਼ੀਮ ਹੈ ਉਹ ਕੋਈ ਐਸੀ ਕਾਰਵਾਈ ਕਰਨਗੀਆਂ ਕਿ ਬਰਾਹ ਰਾਸਤ ਈਰਾਨ ਦੇ ਉੱਤੇ ਤਾਂ ਉਹਦਾ ਇਲਜ਼ਾਮ ਨਹੀਂ ਆਏਗਾ, ਲੇਕਿਨ ਉਹ ਇੱਕ ਵੱਡੀ ਕਾਰਵਾਈ ਉਹ ਸਮਝੀ ਜਾਏਗੀ, ਔਰ ਈਰਾਨ ਦਾ ਇੰਤਕਾਮ ਲੈਣਾ ਜਿਹੜਾ ਹੈ ਉਹਦੇ ਤੋਂ ਉਹਨੂੰ ਇੱਕ ਇਤਮੀਨਾਨ ਹੋ ਸਕਦਾ ਹੈ। ਉਹ ਕਾਰਵਾਈ ਹੋ ਸਕਦੀ ਕਿ ਹਿਜ਼ਬੁੱਲਾ ਦੇ ਜ਼ਰੀਏ ਤੋਂ ਜਾਂ ਲਬਨਾਨ ਦੇ ਬਾਰਡਰ ਤੋਂ ਇਸਰਾਈਲ ਦੇ ਖਿਲਾਫ, ਇਹ ਇੱਕ ਹੋ ਸਕਦੀ। ਦੂਸਰੀ ਜਿਹੜੀ ਹੈ ਉਹ ਇਹ ਹੋ ਸਕਦਾ ਹੈ ਕਿ ਮਾਹਿਰੀਨ ਦਾ ਖਿਆਲ ਹੈ, ਮਿਲਟਰੀ ਮਾਹਿਰੀਨ ਦਾ, ਕਿ ਜਿਹੜਾ ਇਸਰਾਈਲ ਦਾ ਕੋਈ ਵੱਡਾ ਮਿਲਟਰੀ ਟਾਰਗੇਟ ਹੈ ਈਰਾਨ ਉਹਨੂੰ ਨਿਸ਼ਾਨਾ ਬਣਾਏਗਾ ਅਤੇ ਉਹ ਨਿਸ਼ਾਨਾ ਬਣਾ ਕੇ ਆਪਣੇ ਮਹਿਦੂਦ ਜਿਹੜਾ ਜਵਾਬ ਹੈ ਉਹ ਦੇਣ ਦੀ ਕੋਸ਼ਿਸ਼ ਕਰੇਗਾ। ਲੇਕਿਨ ਇਹਦੇ ਵਿੱਚ ਇੱਕ ਗੱਲ ਅਸੀਂ ਫਿਰ ਕਰ ਲਈਏ ਕਿ ਪਿਛਲੀ ਦਫਾ ਜਦੋਂ ਈਰਾਨ ਨੇ ਇੰਝ ਹੀ ਵੱਡੇ ਦਾਅਵੇ ਕੀਤੇ ਔਰ ਫਿਰ ਮਾਮੂਲੀ ਜਿਹਾ ਇੱਕ ਜਵਾਬ ਦਿੱਤਾ, ਅਤੇ ਉਹਦੇ ਤੋਂ ਬਾਅਦ ਫਿਰ ਈਰਾਨ ਦੇ ਖਿਲਾਫ ਇਸਰਾਈਲ ਦਾ ਹੌਸਲਾ ਵਧਿਆ। ਫਿਰ ਉਹੀ ਆ ਜਾਂਦੀ ਗੱਲ ਕਿ ਅਟੈਕ ਦਾ ਜਵਾਬ ਕਿਸ ਤਰ੍ਹਾਂ ਦਈਏ, ਕਿੰਨੀ ਇਸਤਦਾਦ ਦਾ ਹੋਵੇ, ਕਿਹੜੇ ਮਹਾਜ਼ 'ਤੇ ਹੋਵੇ, ਕਿਸ ਸ਼ਕਲ 'ਚ ਹੋਵੇ, ਇਹ ਬੜੀ ਵੱਡੀ ਔਰ ਪੇਚੀਦਾ ਕਿਸਮ ਦੀ ਕੈਲਕੂਲੇਸ਼ਨਸ ਹੁੰਦੀਆਂ ਨੇ। ਅਤੇ ਇਹਨਾਂ ਕੈਲਕੂਲੇਸ਼ਨਸ ਦੇ ਸਾਹਮਣੇ ਰੱਖ ਕੇ ਅਗਰ ਈਰਾਨ ਕੋਈ ਜਵਾਬ ਦੇ ਪਾਇਆ ਅਤੇ ਉਹ ਸਮਝੋ ਤੁਸੀਂ ਕਿ ਇਸਰਾਈਲ ਨੂੰ ਕਿਸੇ ਹੱਦ ਤੱਕ ਉਹ ਰੋਕਣ ਦੇ ਵਿੱਚ ਕਾਮਯਾਬ ਹੋ ਸਕਦਾ ਹੈ। ਔਰ ਖ਼ਾਸ ਤੌਰ 'ਤੇ ਈਰਾਨ ਨੂੰ ਆਪਣੀ ਜਿਹੜੀ ਮਜ਼ਬੂਤ ਮੈਂ ਕਹਿੰਦਾ ਸਫਾਰਤੀ ਮਸ਼ੀਨਰੀ ਹੈ ਜਿਹੜੀ ਹਰ ਦੌਰ 'ਚ ਬਹੁਤ ਕਾਰਾਮਦ ਔਰ ਮੁਅੱਸਰ ਰਹੀ, ਇਸ ਵਕਤ ਉਹਨੂੰ ਜ਼ਰਾ ਥੋੜ੍ਹਾ ਜਿਹਾ ਐਕਟਿਵ ਕਰਨਾ ਪਏਗਾ, ਔਰ ਇੱਕ ਪਾਸੇ ਉਹ ਜਵਾਬ ਦੇਵੇ ਔਰ ਦੂਸਰੇ ਪਾਸੇ ਆਪਣੀ ਸਫਾਰਤੀ ਮਸ਼ੀਨਰੀ ਨੂੰ ਇਸਤੇਮਾਲ ਕਰੇ, ਅਤੇ ਮੇਰਾ ਖਿਆਲ ਹੈ ਕਿ ਉਹ ਇਸਰਾਈਲ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਸਕਦਾ ਹੈ। ਅਤੇ ਇਹ ਅੱਜ ਦਾ ਸਾਡਾ ਤਜਜ਼ੀਆ ਸੀ। ਜਿਹੜੀ ਸੂਰਤ ਹਾਲ ਉੱਥੇ ਗਰੋ ਕਰਨ ਰਹੀ ਹੈ ਮਿਡਲ ਈਸਟ ਦੇ ਵਿੱਚ, ਉਹਦੇ ਹਵਾਲੇ ਨਾਲ, ਅਤੇ ਜੀਂਦੇ ਰਹੋ, ਵਸਦੇ ਰਹੋ।